ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਚੰਗੀ ਖਬਰ। ਹੁਣ ਵੱਧ ਵਿਦਿਆਰਥੀ ਲੈ ਰਹੇ ਨੇ PGWP। ਵੱਧ ਭਾਰਤੀ ਕਿਉਂ ਲੈ ਰਹੇ ਨੇ ਕੈਨੇਡਾ ਦੀ PR? 1 ਸਾਲ ਦੇ ਵਿੱਚ ਟੁੱਟੇ ਪਿਛਲੇ ਕਈ ਰਿਕਾਰਡ। ਇਮੀਗ੍ਰੇਸ਼ਨ ਵਿਭਾਗ ਕੋਲ ਵਾਧੂ ਸਟਾਫ ਵੀਜ਼ੇ ਵਿੱਚ ਦੇਰੀ ਕਿਉਂ? IRCC ਦੇ ਸਟਾਫ ਬਾਰੇ ਆਈ ਜਾਣਕਾਰੀ। ਭਾਰਤੀਆਂ ਨੂੰ ਕਿਵੇਂ ਮਿਲੇਗਾ 2 ਸਾਲ ਦਾ ਵਰਕ ਪਰਮਿਟ? ਟੂਰਿਸਟ ਵੀਜ਼ਾ ਵਾਲਿਆਂ ਲਈ ਹੋਇਆ ਖਾਸ ਐਲਾਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹਾਸਲ ਕਰ ਰਹੇ ਨੇ। ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕਈ ਖਬਰਾਂ ਇਸ ਹਫ਼ਤੇ ਸਾਹਮਣੇ ਆਈਆਂ, ਜਿਨ੍ਹਾਂ ਵਿੱਚੋਂ ਇਹ ਵੀ ਕਾਫੀ ਵੱਡੀ ਖਬਰ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੁਣ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੈ। ਜੀ ਹਾਂ, ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਤੋਂ ਪੜ੍ਹਾਈ ਕਰ ਚੁੱਕੇ ਨੇ, ਉਹਨਾਂ ਵੱਲੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਉਹ ਕੈਨੇਡਾ ਵਿੱਚ ਆਪਣੀ ਸਟੇ ਨੂੰ ਅੱਗੇ ਵਧਾ ਸਕਣ। ਦੱਸ ਦਈਏ ਕਿ PGWP ਹੋਲਡਰਸ ਬਾਰੇ ਜੋ ਸਮੇਂ-ਸਮੇਂ ਤੇ ਜਾਣਕਾਰੀ ਸਾਹਮਣੇ ਆਈ ਹੈ, ਉਹਨਾਂ ਤੋਂ ਇਹੀ ਪਤਾ ਚੱਲਿਆ ਕਿ ਹਰ ਸਾਲ ਹੀ ਇਸ ਵਿੱਚ ਵਾਧਾ ਦਰਜ ਕੀਤਾ ਗਿਆ। ਸਾਲ 2008 ਦੀ ਤੁਲਨਾ ਦੇ ਵਿੱਚ ਵੀ ਇਸ ਅੰਦਰ ਵੱਡਾ ਵਾਧਾ ਦੱਸਿਆ ਜਾ ਰਿਹਾ ਹੈ। ਹੁਣ ਵੱਧ ਰਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇਹਨਾਂ ਗਿਣਤੀ ਦੇ ਪਿੱਛੇ ਕਈ ਵੱਡੇ ਕਾਰਨ ਨੇ। ਸਭ ਤੋਂ ਵੱਡਾ ਕਾਰਨ ਹੈ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ 8 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਵੈਲਿਡ ਸਟੱਡੀ ਪਰਮਿਟ ਦੇ ਉੱਪਰ ਹਨ, ਜਿਸ ਦੇ ਨਤੀਜੇ ਇਹ ਨੇ ਕਿ ਸਾਲ 2018 ਦੀ ਤੁਲਨਾ ਦੇ ਵਿੱਚ ਹੁਣ ਅੰਕੜਾ ਕਾਫੀ ਵੱਧ ਚੁੱਕਿਆ ਹੈ, ਜਿੱਥੇ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀ PGWP ਦੀ ਵਰਤੋਂ ਕਰ ਰਹੇ ਨੇ ਤਾਂ ਕਿ ਉਹ ਕੈਨੇਡਾ ਦੀ PR ਹਾਸਲ ਕਰ ਸਕਣ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਵੱਧ ਭਾਰਤੀ ਕੈਨੇਡਾ ਦੀ PR ਹਾਸਲ ਕਰ ਰਹੇ ਨੇ। PR ਦੇ ਬਾਰੇ ਅੰਕੜਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਸਭ ਤੋਂ ਵੱਧ ਭਾਰਤੀਆਂ ਨੇ 1 ਸਾਲ ਦੇ ਵਿੱਚ ਕੈਨੇਡਾ ਦੀ PR ਹਾਸਲ ਕੀਤੀ। ਉਸ ਤੋਂ ਬਾਅਦ ਨੰਬਰ ਚੀਨ ਤੇ ਬਾਕੀ ਦੇਸ਼ਾਂ ਦਾ ਰਿਹਾ। ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿੱਚ ਪਹਿਲਾਂ ਦੇ ਮੁਕਾਬਲੇ ਰਿਕਾਰਡ ਵਾਧਾ ਦਰਜ ਕੀਤਾ ਗਿਆ ਤੇ ਨਾਲ ਹੀ ਵੱਧ ਭਾਰਤੀਆਂ ਵੱਲੋਂ ਕੈਨੇਡਾ ਵਿੱਚ PR ਹਾਸਲ ਕੀਤੀ ਗਈ ਹੈ। 1 ਸਾਲ ਦੇ ਬਾਰੇ ਅੰਕੜਾ ਜਾਰੀ ਕਰਦਿਆਂ ਦੱਸਿਆ ਗਿਆ ਕਿ 1 ਸਾਲ ਵਿੱਚ 1,18,095 ਭਾਰਤੀਆਂ ਨੇ ਕੈਨੇਡਾ ਦੀ PR ਹਾਸਲ ਕੀਤੀ। ਇਸ ਬਾਰੇ ਇੱਕ ਨਵੀਂ ਰਿਪੋਰਟ ਤੋਂ ਸਾਰੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਸਾਲ 2013 ਦੇ ਮੁਕਾਬਲੇ ਹੁਣ ਸਾਲ 2022 ਦੌਰਾਨ ਇੱਕ ਰਿਕਾਰਡ ਵਾਧਾ ਭਾਰਤੀਆਂ ਦੇ ਵਿੱਚ ਦਰਜ ਕੀਤਾ ਗਿਆ, ਜੋ ਕਿ ਕੈਨੇਡਾ ਵਿੱਚ PR ਹਾਸਲ ਕਰ ਰਹੇ ਹਨ। ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਵਿੱਚ ਸਾਲ 2013 ਦੇ ਮੁਕਾਬਲੇ ਹੁਣ 3 ਗੁਣਾ ਵਾਧਾ ਦਰਜ ਕੀਤਾ ਗਿਆ। ਇਹ ਰਿਪੋਰਟ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਸਾਲ 2013 ਦੌਰਾਨ 32,828 ਭਾਰਤੀਆਂ ਨੂੰ ਕੈਨੇਡਾ ਵਿੱਚ PR ਮਿਲੀ ਤੇ ਹੁਣ ਮੌਜੂਦਾ ਸਮੇਂ ਇਹ ਅੰਕੜਾ 1,18,095 ਦਾ ਹੈ। ਇਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਪਰ ਚੀਨ ਦਾ ਨਾਮ ਆਉਂਦਾ ਹੈ, ਜਿੱਥੇ 1,18,095, ਅਫਗਾਨਿਸਤਾਨ ਤੋਂ 23,735, ਨਾਈਜੀਰੀਆ ਤੋਂ 22,085, ਫਿਲੀਪੀਨਜ਼ ਤੋਂ 31,815 ਲੋਕਾਂ ਵੱਲੋਂ ਕੈਨੇਡਾ ਦੀ PR ਹਾਸਲ ਕੀਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਕੋਲ ਇੰਨਾ ਸਟਾਫ ਹੈ ਕਿ ਉਸ ਸਮੇਂ ਤੇ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਸਕਣ, ਪਰ ਇਸ ਦੇ ਉਲਟ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਸਾਰੀਆਂ ਫਾਈਲਾਂ ਅਜਿਹੀਆਂ ਪਈਆਂ ਨੇ ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਜਾ ਸਕਿਆ। ਵੀਜ਼ੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਇਮੀਗ੍ਰੇਸ਼ਨ ਬਾਰੇ ਤਾਜ਼ਾ ਜਾਣਕਾਰੀ ਇਸ ਹਫ਼ਤੇ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਇਮੀਗ੍ਰੇਸ਼ਨ ਵਿਭਾਗ ਕੋਲ ਕਾਫੀ ਸਟਾਫ ਹੈ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਪ੍ਰੋਸੈਸਿੰਗ ਨੂੰ ਪੂਰਾ ਕਰਨ ਵਾਸਤੇ ਵਿਭਾਗ ਕੋਲ ਕਾਫੀ ਜ਼ਿਆਦਾ ਸਟਾਫ ਹੈ। ਜੀ ਹਾਂ, ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਫਾਈਲਾਂ ਦੇ ਉੱਪਰ ਜੋ ਦੇਰੀ ਹੋ ਰਹੀ ਹੈ, ਸ਼ਾਇਦ ਉਸ ਦੇ ਪਿੱਛੇ ਸਟਾਫ ਦੀ ਕਮੀ ਇੱਕ ਵੱਡਾ ਕਾਰਨ ਹੈ। ਪਰ ਪਾਰਲੀਮੈਂਟਰੀ ਬਜਟ ਆਫਿਸਰ ਵੱਲੋਂ ਇਸ ਬਾਰੇ ਕਹਿ ਦਿੱਤਾ ਗਿਆ ਕਿ ਫੈਡਰਲ ਸਰਕਾਰ ਕੋਲ ਇੰਨਾ ਸਟਾਫ ਹੈ ਕਿ ਇਕਨੋਮਿਕ ਇਮੀਗ੍ਰੈਂਟਸ ਦੀ ਅਰਜ਼ੀਆਂ ਦੇ ਉੱਪਰ ਸਮੇਂ ਸਿਰ ਫੈਸਲਾ ਸੁਣਾਇਆ ਜਾ ਸਕੇ। ਕੁਝ ਅਧਿਐਨ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਹੈ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਕੋਲ ਕਾਫੀ ਜ਼ਿਆਦਾ ਸਟਾਫ ਹੈ। ਸਾਲ 2022 ਤੋਂ ਸਾਲ 2000 ਬਾਰੇ ਦੱਸਿਆ ਗਿਆ ਕਿ ਵਿਭਾਗ ਕੋਲ 65% ਵੱਧ ਸਟਾਫ ਹੈ ਕਿ ਅਰਜ਼ੀਆਂ ਦੇ ਉੱਪਰ ਸਮੇਂ ਸਿਰ ਫੈਸਲਾ ਦਿੱਤਾ ਜਾ ਸਕੇ ਤੇ ਫੈਡਰਲ ਸਰਕਾਰ ਦਾ ਟਾਰਗੇਟ ਹੈ ਕਿ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਕੋਲ 80% ਤੋਂ ਵੱਧ ਅਰਜ਼ੀਆਂ ਦੇ ਉੱਪਰ ਫੈਸਲਾ ਸੁਣਾਇਆ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਵੱਲੋਂ ਵੱਡੇ ਬੈਕਲੌਗ ਦਾ ਸਾਹਮਣਾ ਕੀਤਾ ਜਾ ਰਿਹਾ ਸੀ। ਇਹ ਬੈਕਲੌਗ ਪੈਂਡੇਮਿਕ ਦੇ ਕਾਰਨ ਪੈਦਾ ਹੋ ਗਿਆ, ਜਿਸ ਤੋਂ ਬਾਅਦ ਫੈਡਰਲ ਸਰਕਾਰ ਨੇ ਸਮੇਂ-ਸਮੇਂ ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਦੱਸਿਆ ਕਿ ਉਹਨਾਂ ਵੱਲੋਂ ਬੈਕਲੌਗ ਨੂੰ ਘੱਟ ਕਰਨ ਸੰਬੰਧੀ ਕਈ ਕਦਮ ਚੁੱਕੇ ਜਾ ਰਹੇ ਨੇ।
ਇਸੇ ਤਹਿਤ ਕੁਝ ਨਵੇਂ ਸਟਾਫ ਦੀ ਵੀ ਭਰਤੀ ਕੀਤੀ ਗਈ, ਜਿਸ ਬਾਰੇ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਕਈ ਵਾਰ ਜ਼ਿਕਰ ਕੀਤਾ ਗਿਆ। ਨਵੰਬਰ ਮਹੀਨੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਕੈਨੇਡਾ ਸਰਕਾਰ ਦਾ ਟਾਰਗੇਟ ਹੈ ਕਿ ਸਾਲ 2025 ਤੱਕ ਉਹਨਾਂ ਵੱਲੋਂ 5 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇ। ਇਹ ਇਮੀਗ੍ਰੇਸ਼ਨ ਲੈਵਲਸ ਪਲਾਨ ਪਿਛਲੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਨਾਲੋਂ ਕਿਤੇ ਜ਼ਿਆਦਾ ਸੀ। ਭਾਰਤ ਤੋਂ ਕੈਨੇਡਾ ਟੂਰਿਸਟ ਵੀਜ਼ਾ ਉੱਤੇ ਗਏ ਲੋਕਾਂ ਨੂੰ ਹੁਣ 2 ਸਾਲ ਦਾ ਵਰਕ ਪਰਮਿਟ ਕਿਵੇਂ ਮਿਲੇਗਾ, ਇਸ ਬਾਰੇ ਇਸ ਹਫ਼ਤੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਕੋਰੋਨਾ ਕਾਲ ਦੌਰਾਨ ਜੋ ਨਿਯਮ ਲਿਆਂਦਾ ਗਿਆ ਸੀ ਉਸ ਨੂੰ ਅੱਗੇ ਵਧਾਇਆ ਗਿਆ, ਜਿਸ ਤਹਿਤ ਟੂਰਿਸਟ ਵੀਜ਼ਾ ਵਾਲੇ 2 ਸਾਲ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਕੈਨੇਡਾ ਵਿੱਚ ਟੂਰਿਸਟ ਵੀਜ਼ਾ ਵਾਲੇ ਹੁਣ 2 ਸਾਲ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। IRCC ਵੱਲੋਂ ਇਸ ਬਾਰੇ ਡਿਟੇਲਸ ਸਾਂਝੀਆਂ ਕੀਤੀਆਂ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜੇ ਟੂਰਿਸਟ ਵੀਜ਼ਾ ਦੇ ਉੱਪਰ ਕੈਨੇਡਾ ਆਏ ਨੇ ਉਹ ਕਿਵੇਂ ਵਰਕ ਪਰਮਿਟ ਹਾਸਲ ਕਰ ਸਕਦੇ ਹਨ। ਹੁਣ ਇਸ ਦੇ ਤਹਿਤ ਇੰਡੀਅਨ ਟੂਰਿਸਟ ਵੀ ਕੈਨੇਡਾ ਵਿੱਚ 2 ਸਾਲ ਦਾ ਵਰਕ ਪਰਮਿਟ ਲੈ ਸਕਣਗੇ। ਦੱਸਿਏ ਕਿ ਕੈਨੇਡਾ ਸਰਕਾਰ ਵੱਲੋਂ ਜੋ ਕੋਵਿਡ ਦੌਰਾਨ ਪਾਲਿਸੀ ਲਿਆਂਦੀ ਗਈ ਉਸ ਨੂੰ ਫਰਵਰੀ 2023 ਦੌਰਾਨ ਖਤਮ ਕੀਤਾ ਜਾਣਾ ਸੀ, ਪਰ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਕਿ ਸਾਲ 2025 ਤੱਕ ਇਸ ਨੂੰ ਜਾਰੀ ਰੱਖਿਆ ਜਾਵੇਗਾ। ਹੁਣ ਸਵਾਲ ਉੱਠਦਾ ਹੈ ਕਿ ਸਰਕਾਰ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ, ਤਾਂ ਇਸ ਦਾ ਜਵਾਬ ਹੈ ਲੇਬਰ ਦੀ ਘਾਟ। ਮੌਜੂਦਾ ਸਮੇਂ ਕੈਨੇਡਾ ਵਿੱਚ ਜੋ ਲੇਬਰ ਦੀ ਘਾਟ ਹੈ ਉਸ ਨੂੰ ਪੂਰਾ ਕਰਨ ਵਾਸਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਜਿਸ ਦੇ ਤਹਿਤ IRCC ਵੱਲੋਂ ਕਿਹਾ ਗਿਆ ਕਿ ਉਹ ਆਪਣੀ ਪਾਲਿਸੀ ਦੇ ਵਿੱਚ ਸਾਲ 2025 ਤੱਕ ਵਾਧਾ ਕਰਨ ਜਾ ਰਹੇ ਨੇ, ਜਿਸ ਰਾਹੀਂ ਟੂਰਿਸਟ ਵੀਜ਼ਾ ਵਾਲੇ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਵੀ ਵਿਭਾਗ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਿਹਾ ਗਿਆ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਲਾਗੂ ਨਹੀਂ ਰਹੇਗੀ। ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ ਤੇ ਹੁਣ ਇਸੇ ਸੰਬੰਧ ਵਿੱਚ ਇੱਕ ਵੱਡਾ ਐਲਾਨ ਹੋਇਆ, ਜਿੱਥੇ ਟੂਰਿਸਟ ਵੀਜ਼ਾ ਵਾਲੇ ਵੀ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਇਸ ਹਫ਼ਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਬਾਰੇ ਖਾਸ ਐਲਾਨ ਕੀਤਾ ਗਿਆ, ਜਿੱਥੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ। ਪਹਿਲਾਂ ਲਗਾਤਾਰ 8 ਵਾਰ ਵਿਆਜ ਦਰਾਂ ਵਧਾਈਆਂ ਗਈਆਂ, ਜਿਸ ਦਾ ਅਸਰ ਸਿੱਧੇ ਤੌਰ ਦੇ ਉੱਪਰ ਹਾਊਸਿੰਗ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲਿਆ। ਬੈਂਕ ਆਫ ਕੈਨੇਡਾ ਵੱਲੋਂ ਇਸ ਵਾਰ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਤੇ ਉਹਨਾਂ ਨੇ ਵਿਆਜ ਦਰਾਂ ਨੂੰ 4.5% ਤੇ ਹੀ ਬਰਕਰਾਰ ਰੱਖਿਆ ਹੈ। ਦੱਸ ਦਈਏ ਕਿ 1 ਸਾਲ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਬੈਂਕ ਵੱਲੋਂ ਵਿਆਜ ਦਰਾਂ ਨਾ ਵਧਾਈਆਂ ਗਈਆਂ ਹੋਣ। ਵਿਆਜ ਦਰਾਂ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ। ਭਾਵੇਂ ਇਹ ਕਰਜ਼ ਲੈਣ ਵਾਲਿਆਂ ਲਈ ਇੱਕ ਚੰਗੀ ਖਬਰ ਹੈ, ਪਰ ਇਸ ਫੈਸਲੇ ਦੀ ਪਹਿਲਾਂ ਹੀ ਪੇਸ਼ਨਗੋਈ ਕੀਤੀ ਜਾ ਰਹੀ ਸੀ। ਬੈਂਕ ਨੇ ਪਿਛਲੀ ਪਾਲਿਸੀ ਮੀਟਿੰਗ ਦੇ ਵਿੱਚ ਸੰਕੇਤ ਦਿੱਤੇ ਸਨ ਕਿ ਹੁਣ ਉਹਨਾਂ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦੇ ਸਿਲਸਿਲੇ ਨੂੰ ਰੋਕਿਆ ਜਾਵੇਗਾ ਤਾਂ ਉਹ ਅੱਗੇ ਵਿਆਜ ਦਰਾਂ ਨਹੀਂ ਵਧਾਉਣਗੇ। ਮੌਜੂਦਾ ਸਮੇਂ ਕੈਨੇਡਾ ਵਿੱਚ ਜੋ ਵੱਧ ਰਹੀ ਮਹਿੰਗਾਈ ਹੈ ਉਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੈਂਕ ਵੱਲੋਂ 8 ਵਾਰ ਵਿਆਜ ਦਰਾਂ ਨੂੰ ਸਮੇਂ-ਸਮੇਂ ਤੇ ਵਧਾਇਆ ਗਿਆ। ਇਸ ਦੇ ਪਿੱਛੇ ਉਹਨਾਂ ਨੇ ਕਾਰਨ ਸਾਂਝਾ ਕਰਦਿਆਂ ਦੱਸਿਆ ਸੀ ਕਿ ਵੱਧ ਰਹੀ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਵਾਸਤੇ ਬੈਂਕ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਹਾਊਸਿੰਗ ਮਾਰਕੀਟ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਸੀ, ਜਿੱਥੇ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਸੇਲ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਤੇ ਹੁਣ ਦੇਖਣਾ ਹੋਵੇਗਾ ਕਿ ਬੈਂਕ ਦੇ ਇਸ ਤਾਜ਼ਾ ਫੈਸਲੇ ਦਾ ਹਾਊਸਿੰਗ ਮਾਰਕੀਟ ਦੇ ਉੱਪਰ ਕੀ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਆਸਮਾਨ ਛੂੰਹਦੀ ਮਹਿੰਗਾਈ ਦੇ ਹੇਠਾਂ ਆਉਣ ਦੇ ਸਬੂਤਾਂ ਦੇ ਮੱਦੇਨਜ਼ਰ ਬੈਂਕ ਨੇ ਫਿਲਹਾਲ ਵਿਆਜ ਦਰਾਂ ਵਿੱਚ ਪਹਿਲੇ ਪੱਧਰ ਤੇ ਹੀ ਬਰਕਰਾਰ ਰੱਖਣ ਦਾ ਐਲਾਨ ਕੀਤਾ ਤੇ ਉਸ ਵਿੱਚ ਵਾਧਾ ਨਹੀਂ ਕੀਤਾ। ਵਿਜ਼ਿਟਰ ਵੀਜ਼ਾ ਵਾਲੇ ਕਿਵੇਂ ਵਰਕ ਪਰਮਿਟ ਹਾਸਲ ਕਰ ਸਕਦੇ ਨੇ, ਇਸ ਬਾਰੇ IRCC ਵੱਲੋਂ ਸ਼ਰਤਾਂ ਸਾਂਝੀਆਂ ਕੀਤੀਆਂ ਗਈਆਂ। ਦੱਸ ਦਈਏ ਕਿ ਕੋਰੋਨਾ ਕਾਲ ਦੌਰਾਨ ਜੋ ਨਿਯਮ ਲਿਆਂਦਾ ਗਿਆ ਸੀ ਉਸ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਵਿਜ਼ਿਟਰ ਵੀਜ਼ਾ ਵਾਲੇ 2 ਸਾਲ ਦਾ ਵਰਕ ਪਰਮਿਟ ਕੈਨੇਡਾ ਵਿੱਚ ਲੈ ਸਕਦੇ ਨੇ। ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਕੈਨੇਡਾ ਦਾ ਵਰਕ ਪਰਮਿਟ ਮਿਲੇਗਾ, ਜਿਸ ਸੰਬੰਧੀ ਹੁਣ IRCC ਵੱਲੋਂ ਨਿਯਮ ਦੱਸੇ ਗਏ ਨੇ। ਦੱਸ ਦਈਏ ਕਿ ਜੋ ਕੋਰੋਨਾ ਕਾਲ ਦੌਰਾਨ ਪਾਲਿਸੀ ਲਿਆਂਦੀ ਗਈ ਉਸ ਵਿੱਚ ਵਾਧਾ ਕੀਤਾ ਗਿਆ, ਜਿਸ ਦਾ ਮਤਲਬ ਹੈ ਕਿ ਜਿਹੜੇ ਕੈਨੇਡਾ ਵਿੱਚ ਵਿਜ਼ਿਟਰ ਵੀਜ਼ਾ ਦੇ ਉੱਪਰ ਆਏ ਨੇ ਉਹ 2 ਸਾਲਾਂ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਹੁਣ ਕੀ ਨੇ ਨਿਯਮ, ਇਸ ਬਾਰੇ ਵਿਭਾਗ ਵੱਲੋਂ ਦੱਸਿਆ ਗਿਆ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਪਾਲਿਸੀ ਮੁਤਾਬਕ ਹੁਣ ਕੈਨੇਡਾ ਵਿੱਚ ਆਏ ਵਿਜ਼ਿਟਰ ਕੋਈ ਕੰਮ ਮਿਲਣ ਤੇ ਕੈਨੇਡਾ ਵਿੱਚ ਰਹਿੰਦੇ ਹੋਏ ਵੀ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਨੇ। ਇਹ ਨਿਯਮ 28 ਫਰਵਰੀ ਸਾਲ 2025 ਤੱਕ ਜਾਰੀ ਰਹਿਣਗੇ। ਇਹ ਫੈਸਲਾ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਦੱਸ ਦਈਏ ਕਿ ਇਹ ਇੱਕ ਪੁਰਾਣੀ ਪਾਲਿਸੀ ਹੈ, ਜਿਸ ਤਹਿਤ ਕੈਨੇਡਾ ਵਿੱਚ ਆਏ ਵਿਜ਼ਿਟਰ ਨੂੰ ਵਰਕ ਪਰਮਿਟ ਮਿਲਣ ਦੀ ਪਾਲਿਸੀ ਸ਼ੁਰੂ ਕੀਤੀ ਗਈ ਸੀ। ਕੋਵਿਡ ਪੈਂਡੇਮਿਕ ਤੋਂ ਬਾਅਦ ਕੈਨੇਡਾ ਵਿੱਚ ਇਹ ਪਾਲਿਸੀ ਅਗਸਤ 2020 ਦੌਰਾਨ ਲਿਆਂਦੀ ਗਈ। ਇਸ ਤੋਂ ਬਾਅਦ ਇਸ ਪਾਲਿਸੀ ਵਿੱਚ ਲਗਾਤਾਰ ਵਾਧਾ ਕੀਤਾ ਗਿਆ। ਉਸ ਸਮੇਂ ਇਸ ਪਾਲਿਸੀ ਦਾ ਐਲਾਨ ਕਰਦਿਆਂ ਸਾਬਕਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਸੀ
ਕਿ ਅਸੀਂ ਕੈਨੇਡਾ ਵਿਚਲੇ ਨੌਕਰੀ ਦਾਤਿਆਂ ਨੂੰ ਲੋੜੀਂਦਾ ਕਰਮਚਾਰੀਆਂ ਦੀ ਭਰਤੀ ਵਿੱਚ ਆ ਰਹੀਆਂ ਚੁਣੌਤੀਆਂ ਤੋਂ ਜਾਣੂ ਹਾਂ। ਕੈਨੇਡਾ ਵਿੱਚ ਕੁਝ ਸੈਲਾਨੀ ਆਪਣੇ ਹੁਨਰ ਦਾ ਯੋਗਦਾਨ ਪਾਉਣ ਦੇ ਯੋਗ ਹੋ ਸਕਦੇ ਨੇ। ਇਹ ਨਿਯਮ ਸੈਲਾਨੀਆਂ ਨੂੰ ਦੇਸ਼ ਛੱਡਣ ਤੋਂ ਪਹਿਲਾਂ ਵਰਕ ਪਰਮਿਟ ਦੀ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਕੀ ਹਨ ਸ਼ਰਤਾਂ। ਇਮੀਗ੍ਰੇਸ਼ਨ ਐਕਸਪਰਟਸ ਮੁਤਾਬਕ ਇਸ ਪਾਲਿਸੀ ਅਧੀਨ ਵਰਕ ਪਰਮਿਟ ਲੈਣ ਵਾਲਿਆਂ ਕੋਲ ਅਰਜ਼ੀ ਦੇਣ ਸਮੇਂ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਿਨੈਕਾਰਾਂ ਕੋਲ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਬੇਸਡ ਜੌਬ ਆਫਰ ਹੋਣਾ ਚਾਹੀਦਾ ਹੈ। ਇਹ ਅਰਜ਼ੀ 28 ਫਰਵਰੀ 2025 ਤੱਕ ਜਾਰੀ ਰਹੇਗੀ ਤੇ ਬਿਨੈਕਾਰਾਂ ਨੂੰ LMIA ਦੀ ਮਿਆਦ ਦਾ ਵਰਕ ਪਰਮਿਟ ਮਿਲ ਜਾਂਦਾ ਹੈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਨਿਯਮ ਕਾਮਿਆਂ ਦੀ ਘਾਟ ਪੂਰਾ ਕਰਨ ਵਿੱਚ ਮਦਦ ਕਰਨਗੇ, ਕਿਉਂਕਿ ਕੈਨੇਡਾ ਵਿੱਚ ਆਇਆ ਤਾਜ਼ਾ ਵਿਅਕਤੀ ਬਾਰਡਰ ਤੇ ਜਾ ਕੇ ਉਸੇ ਦਿਨ ਹੀ ਵਰਕ ਪਰਮਿਟ ਹਾਸਲ ਕਰ ਸਕਦਾ ਹੈ, ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਿਆਉਣ ਵਾਲੇ ਬਿਨੈਕਾਰ ਨੂੰ ਕੁਝ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ। ਇਮੀਗ੍ਰੇਸ਼ਨ ਐਕਸਪਰਟਸ ਲਗਾਤਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਹ ਫੈਸਲਾ ਲਿਆਂਦਾ ਗਿਆ, ਇਸ ਦਾ ਵੱਡੇ ਪੱਧਰ ਦੇ ਉੱਪਰ ਸਵਾਗਤ ਕੀਤਾ ਜਾ ਰਿਹਾ ਹੈ। ਕੈਨੇਡਾ ਤੋਂ ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ 22,000 ਦੇ ਕਰੀਬ ਲੋਕਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਨੇ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਆંકੜੇ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਇੱਕ ਮਹੀਨੇ ਦੇ ਵਿੱਚ ਆਰਥਿਕਤਾ ਅੰਦਰ ਕਿੰਨੀਆਂ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ। ਕੈਨੇਡਾ ਤੋਂ ਨੌਕਰੀਆਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਆਰਥਿਕਤਾ ਵਿੱਚ ਨਵੀਆਂ ਨੌਕਰੀਆਂ ਜੁੜੀਆਂ ਹਨ। ਫਰਵਰੀ ਮਹੀਨੇ ਦਾ ਆંકੜਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਕੈਨੇਡੀਅਨ ਆਰਥਿਕਤਾ ਵਿੱਚ 22,000 ਨੌਕਰੀਆਂ ਪੈਦਾ ਹੋਈਆਂ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਦਰ 5% ਤੇ ਬਰਕਰਾਰ ਰਹੀ। ਜ਼ਿਆਦਾਤਰ ਨਵੀਆਂ ਨੌਕਰੀਆਂ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟ ਤੇ ਲੋਕ ਪ੍ਰਦਰਸ਼ਨ ਖੇਤਰਾਂ ਵਿੱਚ ਪੈਦਾ ਹੋਈਆਂ। ਇਸ ਤੋਂ ਇਲਾਵਾ ਦੂਸਰੇ ਪਾਸੇ ਬਿਜ਼ਨਸ ਬਿਲਡਿੰਗ ਅਤੇ ਹੋਰ ਸੇਵਾਵਾਂ ਵਿੱਚ ਲੋਕਾਂ ਨੇ ਨੌਕਰੀਆਂ ਗਵਾਈਆਂ। ਜਨਵਰੀ ਮਹੀਨੇ ਕੈਨੇਡੀਅਨ ਆਰਥਿਕਤਾ ਵਿੱਚ 1,50,000 ਨਵੀਆਂ ਨੌਕਰੀਆਂ ਪੈਦਾ ਹੋਈਆਂ, ਜੋ ਕਿ ਉਸ ਵੇਲੇ ਦੇ ਅੰਦਾਜ਼ੇ ਨਾਲੋਂ ਕਿਤੇ ਵੱਧ ਸੀ। ਭਾਵੇਂ ਲੇਬਰ ਮਾਰਕੀਟ ਦੀ ਸਥਿਤੀ ਅਜੇ ਵੀ ਚੰਗੀ ਨਜ਼ਰ ਨਹੀਂ ਆਈ, ਕਿਉਂਕਿ ਬੇਰੁਜ਼ਗਾਰੀ ਦਰ 4.9% ਤੋਂ ਉੱਪਰ ਹੈ, ਪਰ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਨੌਕਰੀਆਂ ਦੇ ਵਾਧੇ ਦੀ ਧੀਮਾ ਵਿਕਾਸ ਦਰਸਾ ਰਹੀ ਹੈ। ਵਿਆਜ ਦਰਾਂ ਦੇ ਵਿੱਚ ਵਾਧੇ ਕਾਰਨ ਖਰਚਿਆਂ ਵਿੱਚ ਕਟੌਤੀ ਅਤੇ ਆਰਥਿਕਤਾ ਵਿੱਚ ਜੋ ਇਸ ਸਮੇਂ ਧੀਮਾਪਣ ਦੇਖਣ ਨੂੰ ਮਿਲ ਰਿਹਾ, ਆਉਂਦੇ ਕੁਝ ਮਹੀਨਿਆਂ ਵਿੱਚ ਬੇਰੁਜ਼ਗਾਰੀ ਵੱਧ ਸਕਦੀ ਹੈ। ਆਰਥਿਕ ਧੀਮਾਪਣ ਦੇ ਲੱਛਣ ਪਹਿਲਾਂ ਹੀ ਨਜ਼ਰ ਆ ਰਹੇ ਨੇ। ਪਿਛਲੇ ਸਾਲ ਦੀ ਚੌਥੀ ਤਿਮਾਹੀ ਵਿੱਚ ਕੈਨੇਡੀਅਨ ਆਰਥਿਕਤਾ ਦਾ ਵਿਕਾਸ ਸਿਫਰ ਰਿਹਾ। ਤਾਜ਼ਾ ਅੰਕੜੇ ਦੱਸਦੇ ਨੇ ਕਿ 1 ਸਾਲ ਪਹਿਲਾਂ ਦੀ ਤੁਲਨਾ ਵਿੱਚ ਫਰਵਰੀ ਮਹੀਨੇ ਅੰਦਰ ਪ੍ਰਤੀ ਘੰਟਾ ਤਨਖਾਹ ਵਿੱਚ ਔਸਤ ਵਾਧਾ 5.4% ਸੀ, ਜੋ ਕਿ ਜਨਵਰੀ ਵਿੱਚ ਮਹਿੰਗਾਈ ਦਰ 5.9% ਰਹੀ। ਬੈਂਕ ਆਫ ਕੈਨੇਡਾ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਬੈਂਕ ਦਾ ਕਹਿਣਾ ਹੈ ਕਿ ਤਨਖਾਹਾਂ ਵਿੱਚ 4 ਤੋਂ 5% ਦਾ ਵਿਕਾਸ ਮਹਿੰਗਾਈ ਨੂੰ 2% ਦੇ ਆਸ-ਪਾਸ ਰੱਖਣ ਦੇ ਟਾਰਗੇਟ ਵਿੱਚ ਮੁਸ਼ਕਲ ਪੈਦਾ ਕਰੇਗਾ। ਪਰ ਬੈਂਕ ਆਫ ਕੈਨੇਡਾ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਲੇਬਰ ਮਾਰਕੀਟ ਤਬਦੀਲੀ ਆਵੇਗੀ, ਕਿਉਂਕਿ ਉੱਚੀਆਂ ਵਿਆਜ ਦਰਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਕਟੌਤੀ ਕਰਨ ਲਈ ਮਜਬੂਰ ਕਰ ਰਹੀਆਂ ਨੇ। ਬੈਂਕ ਆਫ ਕੈਨੇਡਾ ਨੇ ਆਪਣੇ ਤਾਜ਼ਾ ਐਲਾਨ ਦੇ ਵਿੱਚ ਇਸ ਵਾਰ ਵਿਆਜ ਦਰਾਂ ਨਹੀਂ ਵਧਾਈਆਂ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਈ ਵੱਡੇ ਮੁੱਦੇ ਚੁੱਕੇ ਗਏ। ਉਹਨਾਂ ਨੇ ਸਿਹਤ ਦਾ ਉਚੇਚੇ ਤੌਰ ਦੇ ਉੱਪਰ ਜ਼ਿਕਰ ਕੀਤਾ। ਜਗਮੀਤ ਸਿੰਘ ਸੋਸ਼ਲ ਮੀਡੀਆ ਰਾਹੀਂ ਵੀ ਲਗਾਤਾਰ ਆਪਣਾ ਪੱਖ ਰੱਖ ਰਹੇ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਈ ਮੁੱਦੇ ਚੁੱਕੇ ਗਏ। ਉਹਨਾਂ ਨੇ ਹੈਲਥ ਕੇਅਰ ਅਤੇ ਚੋਣਾਂ ਦੇ ਵਿੱਚ ਹੋਈ ਇੰਟਰਫੇਰੈਂਸ ਦਾ ਜ਼ਿਕਰ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਜਗਮੀਤ ਸਿੰਘ ਵੱਲੋਂ ਇਹ ਸਾਰੇ ਮੁੱਦੇ ਨਿਊਜ਼ ਕਾਨਫਰੰਸ ਦੌਰਾਨ ਚੁੱਕੇ ਗਏ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Today, our opposition to motion vote will be held, and parliamentarians will have a choice to make. We believe that our healthcare system should be public, should be universal, should be there for people when they need it. You shouldn't have to do a GoFundMe page to raise money for a surgery. You shouldn't have to pay out of pocket to get the care you need. Sadly, that is not where we're at today. Right now, many people are pulling out their credit cards instead of their health cards to get care. We've got examples of people spending $30,000 for a surgery by going to a neighboring province, and people spending over $70 to see a family doctor. While the Conservatives are applauding this because this is right out of their playbook, they want to bring in more for-profit care, no matter how much that harms the system. What is concerning is the major flip-flop of Prime Minister Trudeau, who in the last campaigned against for-profit care, saying it would be bad for Canadians, and we agreed. But now he's done a major flip-flop and said that, in fact, for-profit care is good, and has applauded the moves of Prime Minister or premiers that are bringing in for-profit care. So parliamentarians will have a choice today in Parliament. Will they choose to be on the side of a public universal health care or on the side of for-profit care?
As Prime Minister, I made my position very clear. I will continue to fight for a universal healthcare system where we invest in our healthcare workers, we retain, respect, and hire and recruit more healthcare workers to deal with the problem. Or and parliamentarians can choose that option, which is what Canadians want, a healthcare system that's there for them, or they can choose a for-profit option, which will cannibalize healthcare workers in the public sector. It will pull more workers from our already overburdened healthcare centers, our emergency rooms, our children's hospitals, and will only make the wait times longer and will make increased costs. People end up paying out of pocket. That's a choice in front of parliamentarians today during the opposition day motion vote. ਚੋਣਾਂ ਵਿੱਚ ਹੋਈ ਦਖਲਅੰਦਾਜ਼ੀ ਦਾ ਮੁੱਦਾ ਇਸ ਹਫ਼ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿੱਥੇ ਵਿਰੋਧੀ ਪਾਰਟੀ ਦੇ ਲੀਡਰ ਲਗਾਤਾਰ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਇਸ ਸੰਬੰਧੀ ਜਾਂਚ ਕੀਤੀ ਜਾਵੇਗੀ। ਉਹਨਾਂ ਦੇ ਐਕਸ਼ਨ ਦੇ ਬਾਰੇ ਵੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਆਪਣਾ ਪੱਖ ਰੱਖਿਆ ਗਿਆ। ਚੋਣਾਂ 'ਚ ਹੋਈ ਦਖਲਅੰਦਾਜ਼ੀ ਦੇ ਮੁੱਦੇ ਤੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਦੇ ਲੀਡਰ ਬੋਲੇ ਨੇ ਤੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਐਲਾਨ ਕੀਤਾ ਗਿਆ ਕਿ ਚੋਣਾਂ 'ਚ ਹੋਈ ਦਖਲਅੰਦਾਜ਼ੀ ਦੇ ਸੰਬੰਧ ਵਿੱਚ ਜਾਂਚ ਕੀਤੀ ਜਾਵੇਗੀ, ਤਾਂ ਉਸ ਦੇ ਬਾਰੇ ਹੁਣ ਕੰਜ਼ਰਵੇਟਿਵ ਲੀਡਰ ਬੋਲੇ ਹਨ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Authoritarian dictatorship in Beijing has been supporting Justin Trudeau. They started by giving $200,000 to the Trudeau Foundation. They helped him in 2 consecutive elections. He's known about this for a decade. You're telling me he didn't know that Beijing gave $200,000 to the Trudeau Foundation? Are you telling me that he didn't know that they interfered in 2 consecutive elections? Of course he knew. He was briefed multiple times, and he kept all of those briefings secret. And then, when he got caught, he hired the former CEO of the same Trudeau Foundation that had received the money from China to write a report about it. And now, he's trying to cover it up again with a secret process that he controls. We want the opposite. He wants a secret process. We want an open process. He wants to control it. We want it to be independent from him. And oh, by the way, he's going to appoint a special rapporteur, which of course will be another establishment liberal appointed by him that will come out and say everything is fine, let's just close the book and move on and let the dictatorship in Beijing once again interfere to help Justin Trudeau get re-elected. Conservatives want exactly the opposite of closed and controlled. We want open and independent. An open, independent public inquiry to get to the truth and make sure it never happens again. We need to bring home control of our democracy, bring home control of our country, rather than allowing foreign dictatorships to manipulate our interests. We know that Justin Trudeau admires the basic communist dictatorship in Beijing. He said so. So it's no wonder they support him and they have worked hard to keep him in power. But we want the truth to come out. And we are going to continue to fight for that truth. We also want to bring home control of our economy. We know that the President of the European Commission is here today. Europe needs our natural gas. When Trudeau took office, we had 15 proposed natural gas export terminals on his desk. Not a single one has been completed. ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਐਨਟੀਵੀ ਲੀਡਰ ਜਗਮੀਤ ਸਿੰਘ ਦੀ ਦਸਤਾਰ ਦੇ ਉੱਪਰ ਗਲਤ ਟਿੱਪਣੀ ਹੋਈ ਹੈ, ਜਿਸ ਤੋਂ ਬਾਅਦ ਅਜਿਹਾ ਕਰਨ ਵਾਲੇ ਕਾਲਮਨਿਸਟ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਜਗਮੀਤ ਸਿੰਘ ਵੱਲੋਂ ਪੀਲੇ ਰੰਗ ਦੀ ਦਸਤਾਰ ਬਣੀ ਹੋਈ ਸੀ, ਜਿਸ ਦੇ ਉੱਪਰ ਕਾਲਮਨਿਸਟ ਵੱਲੋਂ ਟਵਿੱਟਰ ਦੇ ਰਾਹੀਂ ਗਲਤ ਟਿੱਪਣੀ ਕੀਤੀ ਗਈ ਹੈ। ਇਸ ਦਾ ਜਵਾਬ ਮੰਤਰੀ ਹਰਜੀਤ ਸੱਜਣ ਵੱਲੋਂ ਵੀ ਦਿੱਤਾ ਗਿਆ। ਇਸ ਤੋਂ ਬਾਅਦ ਆਮ ਲੋਕ ਵੀ ਆਪਣਾ ਪੱਖ ਰੱਖਦੇ ਹੋਏ ਦਿਖਾਈ ਦਿੱਤੇ, ਪਰ ਇਸ ਕਾਲਮਨਿਸਟ ਨੇ ਆਪਣਾ ਟਵੀਟ ਨਹੀਂ ਹਟਾਇਆ, ਬਲਕਿ ਉਹ ਇਹੀ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਉਹਨਾਂ ਨੇ ਕੋਈ ਵੀ ਗਲਤ ਟਿੱਪਣੀ ਨਹੀਂ ਕੀਤੀ। ਕੀ ਇਹ ਪੂਰਾ ਮਾਮਲਾ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਐਨਡੀਪੀ ਲੀਡਰ ਜਗਮੀਤ ਸਿੰਘ ਦੀ ਦਸਤਾਰ ਤੇ ਗਲਤ ਟਿੱਪਣੀ ਕੀਤੀ ਗਈ ਹੈ। ਹੁਣ ਜਗਮੀਤ ਸਿੰਘ ਦੀ ਦਸਤਾਰ ਤੇ ਟਿੱਪਣੀ ਕਰਨੀ ਮਹਿੰਗੀ ਪਈ। ਜੀ ਹਾਂ, ਇੱਕ ਕਾਲਮਨਿਸਟ ਵੱਲੋਂ ਟਵਿੱਟਰ ਦੇ ਉੱਪਰ ਜਗਮੀਤ ਸਿੰਘ ਦੀ ਪੀਲੇ ਰੰਗ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ। ਅਜਿਹਾ ਕਰਨ ਵਾਲੀ ਕਾਲਮਨਿਸਟ ਨੂੰ ਹੁਣ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਬੁੱਧਵਾਰ ਵਾਲੇ ਦਿਨ ਐਨਡੀਪੀ ਲੀਡਰ ਜਗਮੀਤ ਸਿੰਘ ਜੋ ਸੀਈਓਜ਼ ਵੱਲੋਂ ਮੁਨਾਫਾ ਕਮਾਇਆ ਜਾ ਰਿਹਾ ਉਸ ਸੰਬੰਧ ਵਿੱਚ ਵਿਚਾਰ ਸਾਂਝੇ ਕਰ ਰਹੇ ਸਨ, ਜਿੱਥੇ ਗਰੋਸਰੀ ਸਟੋਰਸ ਦੇ ਸੀਈਓਜ਼ ਨੂੰ ਲੈ ਕੇ ਉਨ੍ਹਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ। ਇਸ ਤੋਂ ਬਾਅਦ ਕਾਲਮਨਿਸਟ ਵੱਲੋਂ ਜਗਮੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਗਈ। ਜਗਮੀਤ ਸਿੰਘ ਵੱਲੋਂ ਪੀਲੇ ਰੰਗ ਦੀ ਦਸਤਾਰ ਬੰਨੀ ਗਈ ਸੀ। ਕਾਲਮਨਿਸਟ ਦਾ ਇੱਕ ਟਵੀਟ ਸਾਹਮਣੇ ਆਇਆ, ਜਿਸ ਦੇ ਵਿੱਚ ਉਸਨੇ ਕਿਹਾ ਕਿ ਅੱਜ ਜਗਮੀਤ ਸਿੰਘ ਨੇ ਨੋ ਨੇਮ ਟਰਬਨ ਪਾਈ ਹੋਈ ਸੀ।
ਉਹ ਕਹਿੰਦੇ ਨੇ ਕਿ ਕੁਝ ਖਾਸ ਦਿਨਾਂ ਦੇ ਉੱਪਰ ਉਹ ਆਪਣੀ ਦਸਤਾਰ ਦਾ ਰੰਗ ਬਦਲਦੇ ਹਨ, ਪਰ ਅੱਜ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹਨਾਂ ਨੂੰ ਨੋ ਨੇਮ ਯੈਲੋ ਟਰਬਨ ਦੇ ਵਿੱਚ ਦੇਖਿਆ ਜਾਵੇਗਾ। ਇਸ ਤੋਂ ਬਾਅਦ ਹਰਜੀਤ ਸੱਜਣ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ, ਜਿੱਥੇ ਉਹਨਾਂ ਨੇ ਕਾਲੇ ਰੰਗ ਦੀ ਦਸਤਾਰ ਦੇ ਨਾਲ ਤਸਵੀਰ ਸਾਂਝੀ ਕਰਦਿਆਂ ਪੁੱਛਿਆ ਕਿ ਮੇਰੀ ਨੋ ਨੇਮ ਟਰਬਨ ਕਿੱਦਾਂ ਲੱਗ ਰਹੀ ਹੈ। ਦੱਸ ਦਈਏ ਕਿ ਕਾਲਮਨਿਸਟ ਨੇ ਜਦੋਂ ਇਹ ਟਵੀਟ ਕੀਤਾ ਤਾਂ ਉਹਨਾਂ ਨੂੰ ਕਈ ਫੋਨ ਕਰਕੇ ਕਿਹਾ ਗਿਆ ਕਿ ਉਹ ਇਸ ਨੂੰ ਹਟਾ ਲੈਣ, ਤੇ ਕਈਆਂ ਦਾ ਤਾਂ ਉਹਨਾਂ ਵੱਲੋਂ ਟਵਿੱਟਰ ਦੇ ਉੱਪਰ ਜਵਾਬ ਵੀ ਦਿੱਤਾ ਗਿਆ। ਕਾਲਮਨਿਸਟ ਦੇ 6 ਅਲੱਗ-ਅਲੱਗ ਅਜਿਹੇ ਟਵੀਟ ਆਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੇ ਦਸਤਾਰ ਦੇ ਉੱਪਰ ਗੱਲ ਕਹੀ ਹੈ ਉਹ ਕੋਈ ਰੇਸਿਸਟ ਨਹੀਂ ਹੈ ਤੇ ਨਾ ਹੀ ਉਹਨਾਂ ਵੱਲੋਂ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਜਗਮੀਤ ਸਿੰਘ ਦੀ ਦਸਤਾਰ ਨੂੰ ਲੈ ਕੇ ਕੁਝ ਕਿਹਾ ਗਿਆ ਹੋਵੇ। ਇੱਕ ਵਾਰ ਸਾਲ 2019 ਦੌਰਾਨ ਵੀ ਕੁਝ ਅਜਿਹਾ ਮੌਂਟਰੀਅਲ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਵਿਅਕਤੀ ਵੱਲੋਂ ਜਗਮੀਤ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣੀ ਦਸਤਾਰ ਉਤਾਰ ਕੇ ਬਾਕੀ ਕੈਨੇਡੀਅਨਸ ਵਾਂਗ ਲੱਗਣ। ਇਸ ਤੋਂ ਬਾਅਦ ਸਾਲ 2022 ਦੌਰਾਨ ਵੀ ਸਿੰਘ ਨੂੰ ਕੁਝ ਅਜਿਹਾ ਹੀ ਸਹਿਣ ਕਰਨਾ ਪਿਆ। ਕੈਨੇਡਾ ਦੀ ਗਵਰਨਰ ਜਨਰਲ ਦੇ ਉੱਪਰ ਕਈ ਤਰ੍ਹਾਂ ਦੀਆਂ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਸਾਂਝੀ ਕੀਤੀ। ਗਵਰਨਰ ਜਨਰਲ ਨੇ ਕਹਿ ਦਿੱਤਾ ਕਿ ਉਹ ਇਸ ਤੋਂ ਬਾਅਦ ਚੁੱਪ ਨਹੀਂ ਰਹਿਣਗੇ। ਗਵਰਨਰ ਜਨਰਲ ਦੇ ਉੱਪਰ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਗਵਰਨਰ ਜਨਰਲ ਨੇ ਸੋਸ਼ਲ ਮੀਡੀਆ ਰਾਹੀਂ ਖੁਦ ਨੂੰ ਮਿਲੀਆਂ ਇਹ ਅਪਮਾਨਜਨਕ ਟਿੱਪਣੀਆਂ ਨੂੰ ਸਾਂਝਾ ਕੀਤਾ ਹੈ। ਜੀ ਹਾਂ, ਜਿਸ ਵੇਲੇ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਕੈਨੇਡਾ ਦੀ ਗਵਰਨਰ ਜਨਰਲ ਨੇ ਔਰਤਾਂ ਪ੍ਰਤੀ ਸਤਿਕਾਰ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਪ੍ਰਾਪਤ ਹੋਈਆਂ ਆਪੱਤੀਜਨਕ ਟਿੱਪਣੀਆਂ ਨੂੰ ਸਾਂਝਾ ਕੀਤਾ। ਮੈਰੀ ਸਾਈਮਨ ਦੇ ਦਫ਼ਤਰ ਨੇ ਟਿੱਪਣੀਆਂ ਤੋਂ ਬਾਅਦ ਪਿਛਲੇ ਮਹੀਨੇ ਉਹਨਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਤੇ ਟਿੱਪਣੀਆਂ ਨੂੰ ਬੰਦ ਕਰ ਦਿੱਤਾ। ਮੈਰੀ ਸਾਈਮਨ ਦੇ ਦਫ਼ਤਰ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਕੁਝ ਚੁਣਿੰਦਾ ਟਿੱਪਣੀਆਂ ਨੂੰ ਦੱਸਿਆ ਗਿਆ। ਵੀਡੀਓ ਵਿੱਚ ਮੈਰੀ ਸਾਈਮਨ ਦੇ ਮੂਲ ਨਿਵਾਸੀ ਪਿਛੋਕੜ ਖਿਲਾਫ ਨਸਲੀ ਅਤੇ ਭੱਦੀ ਸ਼ਬਦਾਵਲੀ ਨੂੰ ਵੀ ਵਰਤਿਆ ਗਿਆ। ਸਾਈਮਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਜਾਰੀ ਆਪਣੇ ਬਿਆਨ ਵਿੱਚ ਇਹਨਾਂ ਟਿੱਪਣੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਰੋਧੀ ਕਹਿਣਗੇ ਕਿ ਲਤੀਫੀਆ ਪ੍ਰਤੀ ਔਰਤਾਂ ਨੂੰ ਮੋਟੀ ਚਮੜੀ ਰੱਖਣੀ ਭਾਵ ਕਿ ਪੱਕਾ ਹੋਣਾ ਸਿੱਖਣਾ ਚਾਹੀਦਾ ਹੈ। ਜੇ ਔਰਤਾਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੂੰ ਲੀ ਤੋਂ ਹਟ ਜਾਣਾ ਚਾਹੀਦਾ ਹੈ। ਦੂਸਰੇ ਕਹਿਣਗੇ ਕਿ ਆਨਲਾਈਨ ਦੁਰਵਿਵਹਾਰ ਤਾਂ ਇੱਕ ਨਾਮੀ ਸ਼ਖਸੀਅਤ ਦੀ ਭੂਮਿਕਾ ਦਾ ਹਿੱਸਾ ਹੈ, ਭਾਵੇਂ ਇਸ ਤਰ੍ਹਾਂ ਦੇ ਸ਼ਬਦਾਂ ਦੀ ਨਿੰਦਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਬਹੁਤ ਸਤਿਕਾਰ ਸਹਿਤ ਇਸ ਨਾਲ ਅਸਹਿਮਤ ਹਾਂ। ਸਾਈਮਨ ਨੇ ਕਿਹਾ ਕਿ ਉਹ ਇਸ ਮੌਕੇ ਨੂੰ ਆਦਰਯੋਗ ਅਤੇ ਤਮੀਜ਼ ਦੇ ਦਾਇਰੇ ਵਿੱਚ ਕੀਤੀ ਜਾਣ ਵਾਲੀ ਗੱਲਬਾਤ ਦਾ ਪ੍ਰਚਾਰ ਕਰਨ ਲਈ ਵਰਤਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਇਸ ਬਾਰੇ ਉਹਨਾਂ ਲੋਕਾਂ ਲਈ ਵੀ ਆਵਾਜ਼ ਉਠਾ ਰਹੀ ਹਾਂ ਜੋ ਕਿਸੇ ਡਰ ਜਾਂ ਬਦਲੇ ਦੇ ਡਰ ਤੋਂ ਬੋਲ ਨਹੀਂ ਸਕਦੇ, ਪਰ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਹੋਰ ਲੋਕ ਜੁੜਨਗੇ। ਸਾਨੂੰ ਗਲਤ ਜਾਂ ਫਿਰ ਭੱਦੇ ਬਿਆਨਾਂ ਬਾਰੇ ਬੋਲਣਾ ਜਾਰੀ ਰੱਖਣਾ ਚਾਹੀਦਾ ਹੈ ਤੇ ਉਹਨਾਂ ਲੋਕਾਂ ਦੇ ਵਿਰੁੱਧ ਬੋਲਣਾ ਚਾਹੀਦਾ ਹੈ ਜੋ ਔਰਤਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਦਾ ਅਪਮਾਨ ਕਰਦੇ ਨੇ। ਉਹਨਾਂ ਅੱਗੇ ਕਿਹਾ, ਮੈਂ ਕਦੇ ਵੀ ਇਹਨਾਂ ਟਿੱਪਣੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰਾਂਗੀ ਜਾਂ ਕਦੇ ਵੀ ਉਸ ਰੂੜੀਵਾਦ ਨੂੰ ਹੁਲਾਰਾ ਦੇਣ ਦਾ ਪਲੇਟਫਾਰਮ ਮੁਹੱਈਆ ਨਹੀਂ ਕਰਾਂਗੀ ਜਿਸ ਦਾ ਮੈਂ ਉਮਰ ਭਰ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਚੰਗੀ ਖਬਰ, ਹੁਣ ਵੱਧ ਵਿਦਿਆਰਥੀ ਲੈ ਰਹੇ ਨੇ PGWP। ਵੱਧ ਭਾਰਤੀ ਕਿਉਂ ਲੈ ਰਹੇ ਨੇ ਕੈਨੇਡਾ ਦੀ PR? ਇੱਕ ਸਾਲ ਦੇ ਵਿੱਚ ਟੁੱਟੇ ਪਿਛਲੇ ਕਈ ਰਿਕਾਰਡ। ਇਮੀਗ੍ਰੇਸ਼ਨ ਵਿਭਾਗ ਕੋਲ ਵਾਧੂ ਸਟਾਫ ਵੀਜ਼ੇ ਵਿੱਚ ਦੇਰੀ ਕਿਉਂ? IRCC ਦੇ ਸਟਾਫ ਬਾਰੇ ਆਈ ਜਾਣਕਾਰੀ। ਭਾਰਤੀਆਂ ਨੂੰ ਕਿਵੇਂ ਮਿਲੇਗਾ 2 ਸਾਲ ਦਾ ਵਰਕ ਪਰਮਿਟ? ਟੂਰਿਸਟ ਵੀਜ਼ਾ ਵਾਲਿਆਂ ਲਈ ਹੋਇਆ ਖਾਸ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।